ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਅਰਜਨ ਦੇਵ ਜੀ ਦੇ ਸਿੰਘਾਂ ਦੀ ਵਾਰਤਾ ਇਉਂ ਦੱਸਦੇ ਹਾਂ। ਬਠਿੰਡੇ ਦਾ ਰਹਿਣ ਵਾਲਾ ਇੱਕ ਬ੍ਰਾਹਮਣ ਗੰਗਾ ਰਾਮ ਇੱਕ ਵਾਰ ਊਂਠਾਂ ਉੱਤੇ ਬਾਜਰਾ ਲੱਦ ਕੇ ਵੇਚਣ ਵਾਸਤੇ ਅੰਮ੍ਰਿਤਸਰ ਆ ਗਿਆ। ਉਸ ਸਮੇਂ ਗੁਰੂ ਜੀ ਸੰਤੋਖਸਰ ਦੀ ਸੇਵਾ ਕਰਾ ਰਹੇ ਸਨ। ਗੰਗਾ ਰਾਮ ਨੇ ਵੇਖਿਆ ਕਿ ਇੱਥੇ ਹਜ਼ਾਰਾਂ ਮਜ਼ਦੂਰ ਕੰਮ ਕਰ ਰਹੇ ਹਨ। ਇੱਥੇ ਉਸ ਦਾ ਬਾਜਰਾ ਵਿਕ ਜਾਏਗਾ। ਉਹ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦ ਛਕ ਕੇ ਬੜਾ ਪ੍ਰਸੰਨ ਹੋਇਆ। ਇੱਕ ਦਿਨ ਲੰਗਰ ਵਿੱਚ ਅੰਨ ਦੀ ਕੁਝ ਤੋੜ ਵੇਖ ਕੇ ਉਸਨੇ ਆਪਣਾ 500 ਮਣ ਬਾਜਰਾ ਤੋਲ ਕੇ ਲੰਗਰ ਵਿੱਚ ਪਾ ਦਿੱਤਾ। ਇਤਨੇ ਸਮੇਂ ਨੂੰ ਵਿਸਾਖੀ ਦਾ ਮੇਲਾ ਆ ਗਿਆ। ਮੇਲੇ ਉੱਤੇ ਜੋ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਈਆਂ, ਉਹਨਾਂ ਵੱਲੋਂ ਬਹੁਤ ਭੇਟਾਂ ਗੁਰੂ ਜੀ ਦੇ ਅਰਪਣ ਹੋਈਆਂ, ਜਿਸ ਵਿੱਚ ਅੰਨ, ਬਸਤਰ ਤੇ ਨਗਦ ਪੈਸੇ ਬਹੁਤ ਇਕੱਠੇ ਹੋਏ। ਮੇਲੇ ਦੀ ਸਮਾਪਤੀ ਉਪਰੰਤ ਗੁਰੂ ਜੀ ਨੇ ਮੇਵੜੇ ਨੂੰ ਹੁਕਮ ਦਿੱਤਾ ਕਿ ਗੰਗਾ ਰਾਮ ਦਾ ਹਿਸਾਬ ਕਰਕੇ ਉਸਨੂੰ ਬਾਜਰੇ ਦਾ ਮੁੱਲ ਦੇ ਦਿਓ। ਜਦ ਗੰਗਾ ਰਾਮ ਨੂੰ ਬਾਜਰੇ ਦਾ ਮੁੱਲ ਲੈਣ ਵਾਸਤੇ ਕਿਹਾ ਗਿਆ ਤਾਂ ਉਸਨੇ ਕਿਹਾ, ਮਹਾਰਾਜ, ਮੈਂ ਆਪ ਜੀ ਦੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਨਾ ਚਾਹੁੰਦਾ ਹਾਂ। ਬਾਜਰੇ ਦਾ ਮੁੱਲ ਮੈਂ ਕੁਝ ਨਹੀਂ ਜੇ ਲੈਣਾ। ਇਹ ਮੇਰੀ ਸੇਵਾ ਪ੍ਰਵਾਨ ਕੀਤੀ ਜਾਵੇ। ਮੈਨੂੰ ਆਪਣਾ ਸਿੱਖ ਕਰਕੇ ਨਾਮਦਾਨ ਬਖਸ਼ੋ। ਉਸ ਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਗੁਰੂ ਜੀ ਨੇ ਉਸਨੂੰ ਚਰਨ ਪਹੁਲ ਅਤੇ ਸਤਨਾਮ ਦਾ ਉਪਦੇਸ਼ ਦੇ ਕੇ ਆਪਣੀ ਸਿੱਖੀ ਬਖਸ਼ ਦਿੱਤੀ। ਸਿੱਖੀ ਪ੍ਰਾਪਤ ਕਰਕੇ ਗੰਗਾ ਰਾਮ ਰਾਤ ਦਿਨ ਇੱਕ ਕਰਕੇ ਗੁਰੂ ਜੀ ਦੀ ਸੇਵਾ ਵਿੱਚ ਲੱਗ ਪਿਆ। ਗੰਗਾ ਰਾਮ ਨੂੰ ਸੇਵਾ ਦਾ ਮੇਵਾ ਮਿਲ ਗਿਆ। ਉਸ ਨੂੰ ਰਿੱਧੀਆਂ ਸਿੱਧੀਆਂ ਫੁਰ ਆਈਆਂ। ਉਪਰੰਤ ਉਹ ਆਪਣੇ ਪਿੰਡ ਚਲਿਆ ਗਿਆ ਅਤੇ ਜੋ ਬਚਨ ਮੂੰਹ 'ਚੋਂ ਕਹਿੰਦਾ ਉਹੀ ਪੂਰਾ ਹੋ ਜਾਂਦਾ। ਸ਼੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਉਸ ਸਮੇਂ ਡਰੌਲੀ ਭਾਈ ਦੇ ਰਹਿਣ ਵਾਲੇ ਦੋ ਸਿੱਖ ਭਾਈ ਅਜਬ ਤੇ ਅਜੈਬ ਬੜੇ ਪ੍ਰੇਮ ਨਾਲ ਸੇਵਾ ਕਰਦੇ ਸਨ। ਇਹਨਾਂ ਨੇ ਹੋਰ ਵੀ ਕਈ ਸਿੱਖਾਂ ਨੂੰ ਪ੍ਰੇਰ ਕੇ ਗੁਰੂ ਘਰ ਦੀ ਸੇਵਾ ਵਿੱਚ ਲਾ ਕੇ ਸਿੱਖੀ ਧਾਰਨ ਕਰਾਈ। ਬਾਹਰੋਂ ਸੰਗਤਾਂ ਪਾਸੋਂ ਮਾਇਆ ਇਕੱਠੀ ਕਰਕੇ ਵੀ ਗੁਰੂ ਜੀ ਦੇ ਸੇਵਾ ਵਿੱਚ ਦੇ ਦਿੰਦੇ ਸਨ। ਇਹਨਾਂ ਦੋਹਾਂ ਦੀ ਸੇਵਾ ਉੱਤੇ ਪ੍ਰਸੰਨ ਹੋ ਕੇ ਗੁਰੂ ਜੀ ਨੇ ਇਹਨਾਂ ਨੂੰ ਤਹਿਸੀਲ ਜੀਰਾ ਦੇ ਪਿੰਡ ਧਰਮਕੋਟ ਦੀ ਸਿੱਖੀ ਬਖਸ਼ੀ ਅਤੇ ਗੁਰਮੁਖ ਦਾ ਪ੍ਰਚਾਰ ਕਰਨ ਵਾਸਤੇ ਆਗਿਆ ਕੀਤੀ। ਇਸ ਤਰ੍ਹਾਂ ਇਹਨਾਂ ਨੇ ਆਪਣਾ ਜੀਵਨ ਸਫਲਾ ਕਰਕੇ ਬਹੁਤ ਉਪਮਾ ਕਮਾਈ। ਪੰਡਿਤ ਗੰਗਾ ਰਾਮ ਜੋ ਸਿੱਧੀਆਂ ਪ੍ਰਾਪਤ ਕਰਕੇ ਆਪਣੇ ਪਿੰਡ ਰਹਿੰਦਾ ਸੀ, ਉਸ ਦੀ ਇਸ਼ਨਾਨ ਪਾਣੀ ਆਦਿ ਦੀ ਸੇਵਾ ਬਠਿੰਡੇ ਨਗਰ ਦਾ ਰਹਿਣ ਵਾਲਾ ਭਾਈ ਸਿੱਧੀ ਚੰਦ ਬੜੇ ਪ੍ਰੇਮ ਨਾਲ ਕਰਦਾ ਹੁੰਦਾ ਸੀ। ਇੱਕ ਦਿਨ ਸੇਵਾ ਉੱਤੇ ਪ੍ਰਸੰਨ ਹੋ ਕੇ ਗੰਗਾ ਰਾਮ ਨੇ ਸਿੱਧੀ ਚੰਦ ਨੂੰ ਕਿਹਾ, ਤੂੰ ਕਿਸ ਮਨੋਰਥ ਵਾਸਤੇ ਸੇਵਾ ਕਰਦਾ ਹੈ? ਜੋ ਇੱਛਾ ਹੈ ਮੰਗ ਲੈ। ਸਿੱਧੀ ਚੰਦ ਨੇ ਕਿਹਾ, ਮਹਾਰਾਜ, ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਪੰਡਿਤ ਗੰਗਾ ਰਾਮ ਨੇ ਕਿਹਾ ਕਿ ਗੁਰੂ ਘਰ ਜੀ ਦੀ ਕਿਰਪਾ, ਤੇਰੇ ਘਰ ਬੜਾ ਭਗਤ ਪੁੱਤਰ ਪੈਦਾ ਹੋਵੇਗਾ ਜੋ ਮਾਂ ਸ਼ਕਤੀਵਾਨ ਤੇ ਪਰਉਪਕਾਰੀ ਹੋਵੇਗਾ। ਇਸ ਲੜਕੇ ਦੇ ਸਿਰ ਉੱਤੇ ਜਨਮ ਸਮੇਂ ਹੀ ਚਿੱਟੇ ਵਾਲਾਂ ਦੀ ਚੋਟੀ 1.25 ਗਿੱਠ ਲੰਮੀ ਹੋਵੇਗੀ। ਇਹ ਵਰ ਲੈ ਕੇ ਸਿੱਧੀ ਚੰਦ ਬੜਾ ਪ੍ਰਸੰਨ ਹੋਇਆ। ਜਦ ਸਮਾਂ ਪਾ ਕੇ ਉਸਦੇ ਘਰ ਅਜਿਹਾ ਪੁੱਤਰ ਹੋਇਆ ਤਾਂ ਪੰਡਿਤ ਗੰਗਾ ਰਾਮ ਨੇ ਉਸ ਦਾ ਨਾਮ ਮੂਲ ਚੰਦ ਰੱਖਿਆ। ਇਹ ਮੂਲ ਚੰਦ ਬੜੀ ਕਰਨੀ ਵਾਲਾ ਹੋਇਆ, ਜਿਸ ਨੂੰ ਬੜੇ ਸਿੱਧ ਪੁਰਸ਼ ਵੀ ਮੰਨਦੇ ਸਨ। ਪਟਿਆਲੇ ਰਾਜ ਦੇ ਸੁਨਾਮ ਨਗਰ ਵਿੱਚ ਇਸ ਦੇ ਅਸਥਾਨ ਨੂੰ ਲੋਕ ਅੱਜ ਤੱਕ ਵੀ ਮੰਨਦੇ ਹਨ। ਜਦ ਸਰੋਵਰ ਦੀ ਕਾਰ ਸੇਵਾ ਸੰਪੂਰਨ ਹੋ ਗਈ ਤਾਂ ਗੁਰੂ ਜੀ ਨੇ ਭਾਈ ਬੁੱਢਾ, ਭਾਈ ਗੁਰਦਾਸ, ਭਗਤੂ ਬਹਿਲੋ ਆਦਿ ਨਾਲ ਸਲਾਹ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਸਰੋਵਰ ਦੇ ਵਿਚਕਾਰ ਹਰਿਮੰਦਰ ਦੀ ਨੀਂਹ ਰੱਖਣ ਵਾਸਤੇ ਭਾਈ ਬੁੱਢਾ ਜੀ ਤੋਂ 4 ਗੁਰੂ ਸਾਹਿਬਾਂ ਦਾ ਨਾਮ ਲੈ ਕੇ ਅਰਦਾਸ ਕਰਾਈ ਅਤੇ ਫਿਰ ਆਪਣੇ ਕਰ ਕਮਲਾਂ ਨਾਲ ਇੱਕ ਇੱਟ ਫੜ ਕੇ ਨੀਂਹ ਰੱਖ ਕੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣ ਦੀ ਆਗਿਆ ਦਿੱਤੀ। ਉਸ ਉਪਰੰਤ ਸਾਰੇ ਲੋਕ ਬੜੇ ਉਤਸ਼ਾਹ ਨਾਲ ਸੇਵਾ 'ਚ ਲੱਗ ਗਏ। ਜਦ ਬੇਅੰਤ ਸਿੱਖ ਕਾਰ ਸੇਵਾ ਕਰ ਰਹੇ ਸਨ ਤਾਂ ਉਸ ਸਮੇਂ ਗੁਰੂ ਜੀ ਦੀ ਦੁੱਖ ਭੰਜਨੀ ਬੇਰੀ ਲਾਗੇ 68 ਤੀਰਥ ਦੇ ਅਸਥਾਨ ਤੇ ਬੈਠੇ ਕਾਰ ਸੇਵਾ ਵੇਖ ਰਹੇ ਸਨ।
ਇੱਕ ਦਿਨ ਵਿਸ਼ਨੂੰ ਭਗਵਾਨ ਜੀ ਦੇਵਤਿਆਂ ਸਹਿਤ ਮਨੁੱਖ ਰੂਪ ਧਾਰ ਕੇ ਕਾਰ ਸੇਵਾ ਕਰਨ ਆਉਣ ਲੱਗੇ। ਕੋਈ ਦੇਵਤਾ ਮਿੱਟੀ ਦੀਆਂ ਟੋਕਰੀਆਂ ਭਰੀ ਜਾਵੇ ਅਤੇ ਕੋਈ ਚੁੱਕ ਕੇ ਬਾਹਰ ਲਈ ਜਾਵੇ। ਵਿਸ਼ਨੂੰ ਭਗਵਾਨ ਦੀ ਟੋਕਰੀ ਉਸ ਦੇ ਸਿਰ ਤੋਂ ਇੱਕ ਗਿੱਠ ਭਰ ਉੱਚੀ ਜਾਂਦੀ ਵੇਖ ਕੇ ਸਿੱਖਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਮਹਾਰਾਜ ਇੱਕ ਨਵੇਂ ਹੀ ਰੰਗ ਰੂਪ ਦਾ ਪੁਰਸ਼ ਹੈ, ਜਿਸ ਦੇ ਸਿਰ ਉੱਤੋਂ ਮਿੱਟੀ ਦੀ ਟੋਕਰੀ ਗਿੱਠ ਭਰ ਉੱਚੀ ਰਹਿੰਦੀ ਹੈ। ਉਸ ਦੇ ਸਾਥੀ ਅਤੇ ਉਹ ਆਪ ਬੜੀ ਫੁਰਤੀ ਨਾਲ ਭੱਜ ਭੱਜ ਕੇ ਉਤਸ਼ਾਹ ਨਾਲ ਕਾਰ ਸੇਵਾ ਕਰ ਰਹੇ ਹਨ। ਗੁਰੂ ਜੀ ਨੇ ਸਿੱਖਾਂ ਪਾਸੋਂ ਇਹ ਵਾਰਤਾ ਸੁਣ ਕੇ ਜਦ ਆਪ ਆਣ ਕੇ ਉਹਨਾਂ ਦੇ ਦਰਸ਼ਨ ਕੀਤੇ ਤਾਂ ਆਪ ਜੀ ਨੇ ਵਿਸ਼ਨੂੰ ਭਗਵਾਨ ਦੇ ਸਨਮੁਖ ਇਹ ਸ਼ਬਦ ਉਚਾਰਨ ਕੀਤਾ, ਸੂਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨਰਥ ਪੂਰੇ। ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਸੂਰੇ। ਪੂਰਨ ਪੁਰਖ ਯਚਤ ਬਨਿਆਸੀ, ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਦ ਰਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਆਪਣੀ ਇਹ ਮਹਿਮਾ ਸੁਣ ਕੇ ਵਿਸ਼ਨੂੰ ਭਗਵਾਨ ਜੀ ਨੇ ਆਸ਼ੀਰਵਾਦ ਦਿੱਤੀ ਕਿ ਇਹ ਮੇਰਾ ਸਭ ਤੋਂ ਸ਼੍ਰੇਸ਼ਟ ਮੰਦਰ ਹੋਵੇਗਾ। ਇੱਥੇ ਸਦਾ ਹੀ ਮੇਰੇ ਨਾਮ ਦਾ ਕੀਰਤਨ ਪ੍ਰਵਾਹ ਚੱਲਦਾ ਰਹੇਗਾ। ਇਸ ਤਰ੍ਹਾਂ ਦੇ ਵਰਦਾਨ ਦੇ ਬਚਨ ਕਰਕੇ ਵਿਸ਼ਨੂੰ ਜੀ ਅੰਤਰ ਧਿਆਨ ਹੋ ਗਏ। ਰਾਮਦਾਸਪੁਰ ਯਾਨੀ ਅੰਮ੍ਰਿਤਸਰ ਵਿੱਚ ਗੁਰੂ ਜੀ ਪਾਸ ਅਨੇਕਾਂ ਸਿੱਖ ਅੱਗੇ ਪਿੱਛੇ ਆਣ ਕੇ ਆਪਣੇ ਸੰਸੇ ਨਿਵਰਤ ਕਰਕੇ ਅਤੇ ਨਾਮ ਦਾ ਉਪਦੇਸ਼ ਲੈ ਕੇ ਆਪਣਾ ਜਨਮ ਸਫਲਾ ਕਰਦੇ ਸਨ। ਇੱਕ ਦਿਨ ਗੁਰੂ ਜੀ ਨੇ ਆਪਣੇ ਨਾਨਕੇ ਪਰਿਵਾਰ ਨੂੰ ਮਿਲਣ ਵਾਸਤੇ ਗੋਇੰਦਵਾਲ ਜਾਣ ਦੀ ਤਿਆਰੀ ਕੀਤੀ ਅਤੇ ਆਪਣੇ ਨਾਲ ਭਾਈ ਬੁੱਢਾ ਜੀ ਆਦਿ ਕੁਝ ਸਿਆਣੇ ਸਿੱਖਾਂ ਨੂੰ ਲੈ ਲਿਆ। ਰਾਮਦਾਸਪੁਰ ਤੋਂ ਚੱਲ ਕੇ ਆਪ ਜੀ ਹੁਣ ਵਾਲੇ ਤਰਨਤਾਰਨ ਵਾਲੇ ਅਸਥਾਨ 'ਤੇ ਇੱਕ ਬ੍ਰਿਛ ਹੇਠਾਂ ਝੁੰਡ ਹੇਠਾਂ ਇੱਕ ਪਾਣੀ ਦੀ ਛੱਪੜੀ ਕਿਨਾਰੇ ਆਰਾਮ ਕਰਨ ਬੈਠ ਗਏ। ਗੁਰੂ ਜੀ ਦੀ ਮਹਿਮਾ ਸੁਣ ਕੇ ਉੱਥੇ ਕੁਝ ਕੋਹੜੇ ਦਰਸ਼ਨ ਕਰਨ ਆ ਗਏ। ਉਹਨਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਅਸੀਂ ਇਸ ਰੋਗ ਨਾਲ ਬੜੇ ਦੁਖੀ ਹਾਂ, ਸਾਡੇ 'ਤੇ ਕਿਰਪਾ ਕਰੋ ਜਿਸ ਨਾਲ ਸਾਡਾ ਇਹ ਰੋਗ ਦੂਰ ਹੋ ਜਾਵੇ। ਉਹਨਾਂ ਦੀ ਸ਼ਰਧਾ ਪੂਰਵਕ ਬੇਨਤੀ ਪ੍ਰਵਾਨ ਕਰਕੇ ਇਸ ਅਸਥਾਨ ਦੇ ਆਸ-ਪਾਸ ਦੇ ਪਿੰਡ ਪਲਾਸੌਰ ਅਤੇ ਖਾਰਾ ਦੇ ਉੱਗੇ ਲੋਕਾਂ ਨੂੰ ਸੱਦ ਕੇ ਗੁਰੂ ਜੀ ਨੇ ਆਖਿਆ ਕਿ ਇਸ ਅਸਥਾਨ 'ਤੇ ਅਸੀਂ ਇੱਕ ਤੀਰਥ ਰਚਨਾ ਚਾਹੁੰਦੇ ਹਾਂ, ਜਿੱਥੇ ਇਸ਼ਨਾਨ ਕਰਨ ਨਾਲ ਕੋਹੜਿਆਂ ਦੇ ਕੋਹੜ ਰੋਗ ਦੂਰ ਹੋਇਆ ਕਰਨਗੇ। ਗੁਰੂ ਜੀ ਦਾ ਬਚਨ ਮੰਨ ਕੇ ਉਹਨਾਂ ਪਿੰਡਾਂ ਦੇ ਲੋਕਾਂ ਨੇ 1,57,000 ਤੋਂ ਇਹ ਜ਼ਮੀਨ ਗੁਰੂ ਜੀ ਨੂੰ ਮੁੱਲ ਦੇ ਦਿੱਤੀ। ਉਪਰੰਤ ਗੁਰੂ ਜੀ ਨੇ ਵਿਸਾਖ ਸੰਮਤ 1647 ਨੂੰ ਸਰੋਵਰ ਦੀ ਪਟਾਈ ਆਰੰਭ ਕਰਾਈ ਅਤੇ ਇਸ ਨੂੰ ਸੰਪੂਰਨ ਕਰਕੇ ਸੰਮਤ 1653 ਵਿੱਚ ਤਰਨਤਾਰਨ ਨਗਰ ਵਸਾਇਆ। ਸਰੋਵਰ ਨੂੰ ਪੱਕਿਆਂ ਕਰਨ ਵਾਸਤੇ ਜਦ ਪੱਕੀਆਂ ਇੱਟਾਂ ਦੇ ਆਵੇ ਪਕਾਏ ਤਾਂ ਨੂਰਦੀਨ ਦੇ ਪੁੱਤਰ ਅਮੀਰਦੀਨ ਨੇ ਗੁਰੂ ਜੀ ਦੇ ਆਵਿਆਂ ਤੋਂ ਇੱਟਾਂ ਚੁਕਾ ਕੇ ਆਪਣੀ ਸਰਾਂ, ਜਿਹੜੀ ਪਿੰਡ ਨੂਰਦੀਨ ਬਣ ਰਹੀ ਸੀ ਅਤੇ ਇੱਟਾਂ ਥੁੜ ਗਈਆਂ ਸਨ, ਉਸ ਨੂੰ ਲਾ ਲਈਆਂ। ਉਸ ਦੀ ਜ਼ਬਰਦਸਤੀ ਵੇਖ ਕੇ ਗੁਰੂ ਜੀ ਨੇ ਬਚਨ ਕੀਤਾ, ਜਿੱਥੇ ਇਹ ਇੱਟਾਂ ਲੱਗੀਆਂ ਨੇ ਉੱਥੋਂ ਦੀਆਂ ਜੜ੍ਹਾਂ ਉਖਾੜ ਕੇ ਇਹ ਇੱਥੇ ਹੀ ਆ ਲੱਗਣਗੀਆਂ। ਇਹ ਕਾਜ ਸਾਡੇ ਸਿੱਖ ਕਰਨਗੇ। ਗੁਰੂ ਜੀ ਦੇ ਇਹ ਬਚਨ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਸੰਮਤ 1823 ਵਿੱਚ ਪੂਰੇ ਕੀਤੇ ਸਨ। ਜਦ ਉਸ ਨੇ ਨੂਰਦੀਨ ਸਰਾਂ ਅਤੇ ਉਸ ਦੇ ਮਕਾਨ ਢਾਹ ਕੇ ਉਹਨਾਂ ਇੱਟਾਂ ਨਾਲ ਹੀ ਤਰਨਤਾਰਨ ਦੇ ਸਰੋਵਰ ਦੇ ਦੋ ਪਾਸੇ ਪੱਕੇ ਕੀਤੇ ਸਨ। ਸਰੋਵਰ ਅਤੇ ਮੰਦਰ ਦੀ ਬਾਕੀ ਸੇਵਾ ਮਹਾਰਾਜ ਰਣਜੀਤ ਸਿੰਘ ਅਤੇ ਕੰਵਰ ਨੌ ਨਿਹਾਲ ਸਿੰਘ ਨੇ ਕਰਾਈ। ਕੰਵਰ ਨੇ ਇੱਕ ਮਨਾਰਾ ਵੀ ਸਰੋਵਰ ਦੇ ਕਿਨਾਰੇ ਬਣਵਾਇਆ, ਜੋ ਅੱਜ ਤੱਕ ਕਾਇਮ ਹੈ। ਗੁਰੂ ਅਰਜਨ ਦੇਵ ਜੀ ਦਾ ਜਾਰੀ ਕੀਤਾ ਹੋਇਆ ਇੱਥੇ ਕੁਸ਼ਟ ਦੇ ਰੋਗੀਆਂ ਦਾ ਇੱਕ ਆਸ਼ਰਮ ਵੀ ਹੈ। ਗੁਰੂ ਜੀ ਦਾ ਵਾਕ ਹੈ ਕਿ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਕੋਹੜੀ ਰਾਜੀ ਹੋਇਆ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।